ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਡਿਸਾਈਡ ਕੀਤਾ ਸੀ ਆਪਾਂ ਇੱਕ ਲਫ਼ਜ਼ ਗੁਰਬਾਣੀ ਚ ਆ ਰਿਹਾ ਗੋਪਣਾ। ਜਿਨ ਗੁਰ ਗੋਪਿਆ ਆਪਣਾ ਤਿੰਨਾ ਠੌਰ ਨਾ ਠਾਉ। ਆਪਾਂ ਉਸ ਲਫ਼ਜ਼ ਦੇ ਉੱਤੇ ਵਿਚਾਰ ਕਰਨੀ। ਸਾਰਿਆਂ ਨੂੰ ਜੀ ਆਇਆਂ ਔਰ ਸਾਰਿਆਂ ਨੂੰ ਹਮੇਸ਼ਾ ਜਿਹੜੀ ਅਸੀਂ ਤਾਕੀਦ ਕਰਦੇ ਹਾਂ, ਗੁਰਬਾਣੀ ਆਪ ਪੜ੍ਹੋ, ਸਹਿਜ ਪਾਠ ਕਰੋ, ਸੈਂਚੀਆਂ ਲਿਆ ਕੇ ਘਰਾਂ 'ਚ ਰੱਖੋ। ਜਿਨ੍ਹਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਨੇ, ਜੋ ਸਵੇਰੇ ਸ਼ਾਮ ਸੇਵਾ ਕਰਦੇ ਆ, ਉਹਨਾਂ ਨੂੰ ਵੀ ਬੇਨਤੀ ਹੈ ਕਿ ਬੜੇ ਆਰਾਮ ਦੇ ਨਾਲ, ਸਹਿਜ ਪਾਠ ਦਾ ਮਤਲਬ ਹੀ ਇਹ ਹੁੰਦਾ ਵੀ ਆਰਾਮ ਦੇ ਨਾਲ ਹੌਲੀ ਹੌਲੀ ਪੜ੍ਹਨਾ ਔਰ ਸਮਝਣਾ। ਬਾਕੀ ਜਿਹੜਾ ਕੰਮ ਕਰਨ ਵਾਲਾ ਹੈ, ਮੁੱਖ ਹੈ, ਉਹਦਾ ਅਸੀਂ ਹੋਕਾ ਦਿੰਦੇ ਆ ਰਹੇ ਹਾਂ ਵੀ ਨਾਮ ਜਪਣ ਤੋਂ ਬਿਨਾਂ ਗਤੀ ਨਹੀਂ ਹੈ। ਪਰਮਾਤਮਾ ਬਾਰੇ ਪਤਾ ਹੀ ਨਹੀਂ ਲੱਗ ਸਕਦਾ ਨਾਮ ਜਪਣ ਤੋਂ ਬਿਨਾਂ। ਸੋ ਆਓ ਆਪਾਂ ਅੱਜ ਮਹੱਲੇ ਚੌਥੇ ਦਾ ਸ਼ਬਦ ਸ਼ੁਰੂ ਕਰਦੇ ਹਾਂ। ਪੰਨਾ ਨੰਬਰ 303 ਤੇ ਸ਼ਬਦ ਸੁਭਾਏਮਾਨ ਹੈ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨ ਦਿਨ ਹਰ ਹਰ ਨਾਮ ਧਿਆਵੈ। ਬੜੇ ਆਰਾਮ ਦੇ ਨਾਲ ਇੱਕ ਇੱਕ ਚੀਜ਼ ਸੁਣਨੀ ਹੈ, ਨੋਟ ਕਰ ਲੈਣੀ ਹੈ। ਜੇ ਕੋਈ ਸ਼ੱਕ ਸ਼ੁਬਾ ਜਾਂ ਸਵਾਲ ਹੈ, ਉਹ ਮੀਟਿੰਗ ਤੋਂ ਬਾਅਦ ਆਪਾਂ ਹਮੇਸ਼ਾ ਡਿਸਕਸ ਕਰਦੇ ਹਾਂ, ਉਹਦੇ 'ਚ ਆਪ ਜੀ ਬੋਲ ਕੇ ਰੱਖ ਸਕਦੇ। ਸਤਿਗੁਰ ਦਾ ਸਭ ਤੋਂ ਵੱਡਾ ਗੁਰਪ੍ਰਸਾਦ ਇਹ ਹੈ, ਜੋ ਹਰ ਰੋਜ਼ ਨਾਮ ਅਭਿਆਸੀ ਨੂੰ ਨਾਮ ਜਪਣ ਉਪਰੰਤ ਧਿਆਨ ਤੱਕ ਪਹੁੰਚਾਉਂਦਾ ਹੈ। ਸਤਿਗੁਰ ਵਿੱਚੇ ਵੱਡੀ ਵਡਿਆਈ, ਜੋ ਅਨ ਦਿਨ ਹਰ ਹਰ ਨਾਮ ਧਿਆਵੈ। ਜੋ ਨਾਮ ਜਪ ਜਪ ਕੇ ਉਹਨੂੰ ਧਿਆਨ ਦੀ ਅਵਸਥਾ ਤੱਕ ਲੈ ਕੇ ਜਾਂਦਾ ਹੈ। ਜਪਣਾ ਹੋਰ ਗੱਲ ਹੈ, ਸਿਮਰਨਾ ਹੋਰ ਗੱਲ ਹੈ, ਧਿਆਉਣਾ ਹੋਰ ਗੱਲ ਹੈ, ਅਰਾਧਨਾ ਹੋਰ ਗੱਲ ਹੈ। ਔਰ ਇਹਦੇ ਬਾਅਦ ਇੱਕ ਹੋਰ ਅਵਸਥਾ ਦਾ ਜ਼ਿਕਰ ਹੈ, ਬਹੁਤ ਘੱਟ ਵਾਰੀ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ 'ਚ, ਉਹ ਹੈ ਤਾੜੀ ਦੀ ਅਵਸਥਾ। ਉਹਦੇ ਬਾਰੇ ਵੀ ਆਪਾਂ ਅੱਗੇ ਆਪਣੇ ਟੌਪਿਕਸ ਦੇ ਵਿੱਚ ਜ਼ਿਕਰ ਲੈ ਕੇ ਆਵਾਂਗੇ। ਸੋ ਸਾਡਾ ਜਿਹੜਾ ਹੈ, ਸਾਡੀ ਜਿਹੜੀ ਸਟੇਜ ਹੈ, ਅਜੇ ਨਾਮ ਜਪਣ ਤੀਕ ਹੈ। ਨਾਮ ਜਪ ਜਪ ਕੇ ਅਸੀਂ ਇਹਨੂੰ ਧਿਆਨ 'ਚ ਲੈ ਕੇ ਜਾਣਾ, ਫਿਰ ਇਹ 8 ਪਹਿਰ ਸਾਡੇ ਧਿਆਨ ਦੇ ਵਿੱਚ ਰਹੇਗਾ। ਅਸੀਂ ਦੁਨਿਆਵੀ ਕੰਮ ਕਰਦੇ ਕਰਦੇ ਆਪਣੀ ਜਿਹੜੀ ਚੇਤਨਾ ਹੈ, ਜਿਹੜਾ ਸਾਡਾ ਮਨ ਹੈ, ਉਹਦੇ ਵਿੱਚ ਸਾਡਾ ਜਿਹੜਾ ਧਿਆਨ ਹੈ ਉਹ ਸ਼ਬਦ 'ਚ ਰਹੇਗਾ। ਸੋ ਇਹ ਹੋਣਾ ਹੀ ਨਾਮ ਜਪ ਜਪ ਕੇ ਹੈ। ਨਾਮ ਜਪ ਜਪ ਕੇ ਹੀ ਬੰਦਾ, ਮਨੁੱਖ, ਅਭਿਆਸੀ ਧਿਆਨ ਦੀ ਅਵਸਥਾ ਤੱਕ ਪਹੁੰਚਦਾ ਹੈ। ਸਤਿਗੁਰ ਵਿੱਚ ਵੱਡੀ ਵਡਿਆਈ, ਸਤਿਗੁਰ ਦਾ ਸਭ ਤੋਂ ਵੱਡਾ ਗੁਰਪ੍ਰਸਾਦ, ਸਭ ਤੋਂ ਵੱਡੀ ਕਿਰਪਾ ਨਦਰ ਇਹ ਹੈ ਕਿ ਨਾਮ ਅਭਿਆਸੀ ਨੂੰ ਹਰ ਰੋਜ਼ ਨਾਮ ਜਪਣ ਉਪਰੰਤ ਅਵਸਥਾ ਜਿਹੜੀ ਹੈ ਉਹ ਧਿਆਨ ਤੱਕ ਪਹੁੰਚਦੀ ਹੈ। ਅੱਗੇ ਚਲੀਏ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਹੁਣ ਇਹਨੂੰ ਬੜੇ ਧਿਆਨ ਨਾਲ ਲਫ਼ਜ਼ ਔਰ ਇਹ ਤੁਕ ਸੰਭਾਲਣੀ ਹੈ ਮਨ ਦੇ ਅੰਦਰ, ਇਹਨੂੰ ਚੇਤੇ ਰੱਖਣਾ। ਸੁੱਚ ਅਤੇ ਮਰਿਆਦਾ ਪ੍ਰਭੂ ਦਾ ਨਾਮ ਜਪਣ ਵਿੱਚ ਹੀ ਹੈ। ਮੈਂ ਫੇਰ ਰਿਪੀਟ ਕਰਦਾ, ਸੁੱਚ ਅਤੇ ਮਰਿਆਦਾ ਅਕਾਲ ਪੁਰਖ ਦਾ ਨਾਮ ਜਪਣ 'ਚ ਹੀ ਹੈ। ਨਾਮ ਹੀ ਅਭਿਆਸੀ ਨੂੰ ਸੰਤੋਖ ਤੱਕ ਲੈ ਕੇ ਜਾਂਦਾ ਹੈ, ਤ੍ਰਿਪਤਾਵੈ। ਜਪਦਿਆਂ ਜਪਦਿਆਂ ਅਭਿਆਸੀ ਸੰਤੋਖ ਤੱਕ ਪਹੁੰਚ ਜਾਂਦਾ। ਹੁਣ ਅਸੀਂ ਦੇਖਦੇ ਹਾਂ ਕਿ ਬੜੇ ਬਾਣੀ ਪੜ੍ਹਨ ਵਾਲੇ ਨੇ, ਸੁਣਾਉਣ ਵਾਲੇ ਨੇ, ਰਾਗੀ ਢਾਡੀ, ਲੇਕਿਨ ਸੰਤੋਖ ਨਹੀਂ ਉਹਨਾਂ ਨੂੰ
ਖਿਮਾ ਕਰਿਓ, ਪੂਰੇ ਉਹਨਾਂ ਦੀ ਜੋ ਸੇਵਾ ਹੈ, ਅਸੀਂ ਨਹੀਂ ਕਹਿੰਦੇ ਸੇਵਾ ਨਾ ਲਓ, ਪਰ ਜੇ ਸੇਵਾ ਪੂਰੀ ਕਿਸੇ ਕਾਰਨ ਕਰਕੇ ਉਹਨਾਂ ਨੂੰ ਨਾ ਮਿਲ ਸਕੇ ਤੇ ਉਹ ਲੜਾਈ ਝਗੜਾ ਉਹਨਾਂ ਦਾ ਹੋ ਜਾਂਦਾ, ਉੱਥੇ ਬਹਿਸ ਹੋ ਜਾਂਦੀ ਹੈ। ਸੋ ਆਹ ਗੱਲਾਂ ਨੋਟ ਕਰਨ ਵਾਲੀਆਂ ਨੇ। ਇਹ ਗੱਲਾਂ ਕੋਈ ਕਰਦਾ ਨਹੀਂ ਹੈ, ਲੇਕਿਨ ਇਹ ਵਰਤਦੀਆਂ ਨੇ, ਸਾਡੇ ਸਾਹਮਣੇ ਵਰਤੀਆਂ ਨੇ ਇਹ ਗੱਲਾਂ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੇ। ਸੋ ਇਹ ਜਿਹੜੀ ਤ੍ਰਿਪਤੀ ਹੋਣੀ ਹੈ, ਸੰਤੋਖ ਤੱਕ ਜਾਣਾ, ਇਹ ਵੀ ਨਾਮ ਜਪ ਜਪ ਕੇ ਹੀ ਅਭਿਆਸੀ ਨੇ ਪਹੁੰਚਣਾ ਹੈ। ਹਰ ਨਾਮ ਤਾਣ, ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੇ। ਨਾਮ ਅਭਿਆਸੀ ਨੂੰ ਪ੍ਰਭੂ ਦਾ ਭਰੋਸਾ ਪ੍ਰਦਾਨ ਕਰਕੇ ਪ੍ਰਭੂ ਦੇ ਦਰ ਤੱਕ ਪਹੁੰਚਾਉਂਦਾ ਹੈ। ਨਾਮ ਸ਼ਬਦ ਦਾ ਅਭਿਆਸ, ਨਾਮ ਜਾਂ ਸ਼ਬਦ ਦਾ ਅਭਿਆਸ ਅਭਿਆਸੀ ਨੂੰ ਪ੍ਰਭੂ ਦਾ ਭਰੋਸਾ ਪ੍ਰਦਾਨ ਕਰਕੇ ਅਕਾਲ ਪੁਰਖ ਦੇ ਦਰ ਤੱਕ ਪਹੁੰਚਾਉਂਦਾ ਹੈ। ਇਹੀ ਅਕਾਲ ਪੁਰਖ ਦਾ ਗੁਰਪ੍ਰਸਾਦ ਹੈ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ। ਹੁਣ ਗੁਰਮੂਰਤ ਦਾ ਸ਼ਬਦ ਹੈ। ਗੁਰਮੂਰਤ ਗੁਰ ਸ਼ਬਦ ਹੈ, ਗੁਰਮੂਰਤ ਗੁਰ ਸ਼ਬਦ ਹੈ। ਕੇਵਲ ਤੇ ਕੇਵਲ ਜਿਹੜੀ ਮੂਰਤੀ ਹੈ, ਅਸੀਂ ਬੁੱਤ ਪ੍ਰਸਤੀ ਚ ਨਹੀਂ ਪੈਂਦੇ, ਅਸੀਂ ਹੋਰ ਕਿਸੇ ਦਿਸਣ ਵਾਲੀ ਚੀਜ਼ ਦੀ ਪੂਜਾ ਨਹੀਂ ਕਰਦੇ। ਸਾਡਾ ਜਿਹੜਾ ਸ਼ਬਦ ਹੈ ਉਹੀ ਸਾਡੀ ਗੁਰਮੂਰਤ ਹੈ, ਜਿਹਨੂੰ ਅਸੀਂ ਜਪਦੇ ਹਾਂ। ਦੇਖੋ, ਜੋ ਚਿੱਤ ਲਾਏ, ਸੋ ਇਹਦੇ ਚ ਚਿੱਤ ਲਾਉਣਾ, ਸ਼ਬਦ ਦੇ ਵਿੱਚ ਚਿੱਤ ਲਾਉਣਾ ਹੀ ਪੂਜਾ ਹੈ। ਜੋ ਮਨ ਚਿੱਤ ਲਾ ਕੇ ਅਕਾਲ ਪੁਰਖ ਦੀ ਬੰਦਗੀ ਕਰਦਾ ਹੈ, ਉਸ ਦੀਆਂ ਸਭ ਕਾਮਨਾਵਾਂ ਦੀ ਪੂਰਤੀ ਹੋ ਜਾਂਦੀ ਹੈ। ਮਨ ਇੱਛੇ ਫਲ ਪਾਵੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਹੁਣ ਕੀ ਹੈ ਕਿ ਅਕਾਲ ਪੁਰਖ ਉਹਨੂੰ ਮਾਰ ਪਵਾਉਂਦਾ ਹੈ। ਇੱਥੇ ਅਰਥਾਂ 'ਚ ਲਿਖਿਆ ਵੀ ਪ੍ਰਭੂ ਮਾਰ ਪਵਾਉਂਦਾ, ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਸਤਿਗੁਰ ਦਾਤਾ ਦਿਆਲ ਹੈ। ਹੁਣ ਸੂਰਜ ਦੀਆਂ ਕਿਰਨਾਂ ਨੇ, ਸੂਰਜ ਦੀਆਂ ਕਿਰਨਾਂ ਇੱਕ ਮਾੜੀ ਥਾਂ ਤੇ ਵੀ ਉਦਾਂ ਹੀ ਪੈਣਗੀਆਂ ਔਰ ਇੱਕ ਚੰਗੀ ਥਾਂ ਤੇ ਵੀ ਉਦਾਂ ਹੀ ਪੈਣਗੀਆਂ। ਏਦਾਂ ਹੀ ਅਕਾਲ ਪੁਰਖ ਆ। ਜੋ ਅਕਾਲ ਪੁਰਖ ਤੋਂ ਮੁਨਕਰ ਹੈ, ਉਹ ਕਰਮਾਂ ਮੁਤਾਬਕ ਆਪਣੇ ਦੁੱਖ ਭੋਗਦਾ ਹੈ। ਅਕਾਲ ਪੁਰਖ ਕੁਛ ਨਹੀਂ ਕਰਦਾ। ਸਾਡੇ ਕੋਲ ਗੁਰਬਾਣੀ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਜੋ ਅਕਾਲ ਪੁਰਖ ਤੋਂ ਮੁਨਕਰ ਹੈ, ਜੋ ਪ੍ਰਭੂ ਤੋਂ ਮੁਨਕਰ ਹੈ, ਜੋ ਨਾਮ ਜਪਣ ਤੋਂ ਮੁਨਕਰ ਹੈ, ਉਹ ਆਪਣੇ ਕਰਮਾਂ ਮੁਤਾਬਕ ਦੁੱਖ ਭੋਗਦਾ ਹੈ। ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਆਪ ਹੀ ਹੈ, ਬੰਦਾ ਆਪ ਹੀ ਕਰਨ ਵਾਲਾ। ਜੇ ਉਹ ਨਾਮ ਵਾਲੇ ਪਾਸੇ ਨਹੀਂ ਲੱਗਿਆ, ਅਕਾਲ ਪੁਰਖ ਦੇ ਵਿੱਚ ਭਰੋਸਾ ਨਹੀਂ ਹੈ, ਉਹ ਫਿਰ ਆਪਣਾ ਬੀਜਿਆ ਆਪ ਹੀ ਖਾਂਦਾ। ਜੋ ਸਮਾਂ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾਂ ਬੀਤਿਆ, ਉਹ ਮੁੜ ਕੇ ਹੱਥ ਨਹੀਂ ਆਉਣਾ, ਪਰ ਕੀਤੇ ਕਰਮ ਭੋਗਣੇ ਪੈਣਗੇ। ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਕੀਤੇ ਕਰਮ ਭੋਗਣੇ ਪੈਣਗੇ, ਔਰ ਜਿਹੜਾ ਬੰਦਗੀ ਤੋਂ ਬਿਨਾਂ ਵੇਲਾ ਬੀਤ ਗਿਆ, ਉਹ ਹੱਥ 'ਚ ਦੁਬਾਰਾ ਨਹੀਂ ਆਏਗਾ। ਨਰਕ ਘੋਰ ਮੋਹ ਕਾਲੇ ਖੜਿਆ, ਜਿਉ ਤਸਕਰ ਪਾਏ ਗਲਾਵੇ। ਮਨਮੁਖ ਬੇਇੱਜ਼ਤ ਹੋ ਕੇ ਘੋਰ ਨਰਕ ਦੀ ਜ਼ਿੰਦਗੀ ਭੋਗਦਾ, ਜਿਵੇਂ ਚੋਰ ਦੇ ਗਲੇ 'ਚ ਫਾਈ ਪਾਈ ਜਾਂਦੀ ਹੈ। ਜਿਉ ਤਸਕਰ ਪਾਏ ਗਲਾਵੇ, ਗਲੇ ਦੇ ਵਿੱਚ ਉਹਨੂੰ ਰੱਸੀ ਪਾ ਕੇ ਖਿੱਚਿਆ ਜਾਂਦਾ ਜਾਂ ਸਜ਼ਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਉਹ ਮਨ ਦੀ ਹਾਲਤ ਹੋਏਗੀ, ਉਹਦੀ ਜਿਹੜੀ ਮਾਨਸਿਕ ਅਵਸਥਾ, ਜਿਹੜਾ ਅਕਾਲ ਪੁਰਖ ਤੋਂ ਬੇਮੁਖ ਹੈ, ਇਸ ਤਰ੍ਹਾਂ ਦੀ ਹੋਏਗੀ। ਫਿਰ ਸਤਿਗੁਰ ਕੀ ਸ਼ਰਣੀ ਪਵੈ, ਤਾਂ ਉਭਰੈ, ਜਾਂ ਹਰ ਹਰ ਨਾਮ ਧਿਆਵੈ। ਹੁਣ ਕੀ ਸਤਿਗੁਰ ਉਹਨਾਂ ਦਾ ਬਾਈਕਾਟ ਕਰ ਦੇਗਾ? ਸਤਿਗੁਰ ਉਹਨਾਂ ਨੂੰ ਪੰਥ ਚੋਂ ਛੇਕ ਦੇਗਾ?
देखो ਇਹ ਕਿੰਨੀ ਵੱਡੀ ਜਿਹੜੀ ਹੈ ਅਸੀਂ ਗਲਤੀ ਕਰਦੇ ਆ। ਜਦੋਂ ਅਕਾਲ ਪੁਰਖ ਨਹੀਂ ਕਰਦਾ ਤੇ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਮਾੜਾ ਕਹਿਣ ਵਾਲੇ, ਕਿਸੇ ਨੂੰ ਆਪਣੇ ਕਿਸੇ ਦਾ ਬਾਈਕਾਟ ਕਰਨ ਵਾਲੇ, ਕਿਸੇ ਨੂੰ ਧੱਕਣ ਵਾਲੇ, ਕਿਸੇ ਨੂੰ ਪੰਥ ਚੋਂ ਬਾਹਰ ਕੱਢਣ ਵਾਲੇ। ਨੋ, ਫਿਰ ਸਤਿਗੁਰ ਕੀ ਸ਼ਰਣੀ ਪਵੈ। ਜੇ ਭੁੱਲ ਬਖਸ਼ਾ ਰਿਹਾ, ਬੜੀ ਵੱਡੀ ਗੱਲ ਹੈ ਕਿ ਜੇਕਰ ਉਹ ਆਪਣੀ ਭੁੱਲ ਬਖਸ਼ਾ ਰਿਹਾ ਹੈ, ਬਖਸ਼ਾ ਕੇ ਸਤਿਗੁਰ ਦੀ ਸ਼ਰਣੀ ਆ ਰਿਹਾ, ਉਹ ਨਰਕ ਦੀ ਜ਼ਿੰਦਗੀ ਚੋਂ ਨਿਕਲਣ ਲਈ ਬੇਨਤੀ ਰੂਪ ਹੋ ਕੇ ਅਕਾਲ ਪੁਰਖ ਦੀ ਬੰਦਗੀ ਕਰ ਰਿਹਾ, ਤਾਂ ਸਿਰਫ ਤੇ ਸਿਰਫ ਅਕਾਲ ਪੁਰਖ ਦਾ ਧਿਆਨ ਹੈ, ਤਾਂ ਉਹ, ਜੇਕਰ ਉਹਦਾ ਮਨ ਐਸ ਬੰਨੇ ਹੈ, ਤਾਂ ਅਕਾਲ ਪੁਰਖ ਦਾ ਨਾਮ ਸ਼ਬਦ ਅਕਾਲ ਪੁਰਖ ਆਪ ਉਹਨੂੰ ਰੱਖਦੇ ਹੈ। ਫਿਰ ਸਤਿਗੁਰ ਕੀ ਸ਼ਰਣੀ ਪਵੈ। ਇੰਨਾ ਮਾੜਾ ਹੋਣ ਦੇ ਬਾਵਜੂਦ ਵੀ ਜਿਹਦਾ ਅਕਾਲ ਪੁਰਖ ਤੇ ਭਰੋਸਾ ਹੀ ਨਹੀਂ, ਜਿਹੜਾ ਮੰਨਦਾ ਹੀ ਨਹੀਂ, ਜਿਹੜਾ ਉਹਦੇ ਭਾਣੇ 'ਚ ਹੀ ਨਹੀਂ ਹੈ, ਜਿਹਦੀ ਅਵਸਥਾ ਤਸਕਰ ਵਾਲੀ ਹੈ, ਚੋਰ ਵਾਲੀ ਹੈ, ਫਿਰ ਜੇ ਉਹ ਸਤਿਗੁਰ ਦੀ ਸ਼ਰਨ ਆਉਂਦਾ ਹੈ, ਭਾਵ ਨਾਮ ਜਪਦਾ ਹੈ, ਬੇਨਤੀ ਰੂਪ ਹੋ ਕੇ ਅਕਾਲ ਪੁਰਖ ਦੀ ਬੰਦਗੀ ਕਰਦਾ ਹੈ, ਜਾਂ ਹਰ ਹਰ ਨਾਮ ਤੇ ਆਵੇ, ਫਿਰ ਬੰਦਗੀ ਕਰਕੇ ਉਸ ਧਿਆਨ ਦੀ ਅਵਸਥਾ ਤੱਕ ਜਾਂਦਾ ਹੈ, ਉਹ ਤਾਂ ਹੀ ਫਿਰ ਇਸ ਜਿਹੜਾ ਨਰਕ ਉਹ ਭੋਗ ਰਿਹਾ, ਤਾਂ ਹੀ ਉਹਦੇ ਵਿੱਚੋਂ ਬਚ ਸਕਦਾ। ਹਰ ਬਾਤਾਂ ਆਖ ਸੁਣਾਏ ਨਾਨਕ, ਹਰ ਕਰਤੇ ਏਵੇ ਭਾਵੈ। ਹੁਣ ਨਾਨਕ ਦੇ ਕੱਕੇ ਨੂੰ ਔਂਕੜ ਹੈ। ਇੱਥੇ ਮਹੱਲਾ ਚੌਥਾ ਮਤਲਬ ਇਹ ਬਣੂਗਾ ਕਿ ਆਪ ਕਹਿ ਰਹੇ, ਆਪ ਦੱਸ ਰਹੇ ਆ। ਹਰ ਬਾਤਾਂ ਆਖ ਸੁਣਾਏ ਨਾਨਕ, ਨਾਨਕ ਜੋਤ। ਮਹੱਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹੈ, ਨਾਮ ਜਪੋ ਤੇ ਸੁਣਨ ਤੱਕ ਪਹੁੰਚੋ, ਕਿਉਂਕਿ ਕਰਤੇ ਪੁਰਖ ਨੂੰ ਇਉਂ ਹੀ ਪਾਉਂਦਾ। ਹਰ ਬਾਤਾਂ ਸ਼ਬਦ ਨੂੰ ਕਹਿਣਾ, ਆਖ ਸੁਣਾਏ, ਜਿਹੜਾ ਇਹ ਨਾਮ ਜਪਣ ਵਾਲਾ ਕੰਮ ਹੈ, ਇਹਨੂੰ ਕਰੋ। ਇਹਨੂੰ ਕਿੱਦਾਂ ਕਰਨਾ? ਆਖ ਕੇ ਕਰਨਾ ਹੈ, ਔਰ ਆਖ ਕੇ ਇਹਨੂੰ ਸੁਣਨ ਦੀ ਅਵਸਥਾ ਤੱਕ ਜਾਣਾ। ਸੁਣਨ ਦੀ ਅਵਸਥਾ ਦਾ ਡਿਟੇਲ ਜ਼ਿਕਰ ਅਸੀਂ ਸੁਣਿਆਂ ਦੀਆਂ ਪੌੜੀਆਂ ਜਪ ਬਾਣੀ ਦੇ ਵਿੱਚ ਕਰ ਰਹੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਇਹ ਨਾਮ ਜਿਹੜਾ ਅਸੀਂ ਰਸਨਾ ਦੇ ਨਾਲ ਜਪਦੇ ਹਾਂ, ਇੱਕ ਦਿਨ ਸਾਡੇ ਕੰਨਾਂ ਦੇ ਵਿੱਚ ਸੁਣਨਾ ਸ਼ੁਰੂ ਹੋ ਜਾਂਦਾ, ਵੱਜਣਾ ਸ਼ੁਰੂ ਹੋ ਜਾਂਦਾ। ਹਰ ਬਾਤਾਂ, ਇਹ ਨਾਰਮਲ ਬਾਤਾਂ ਨਹੀਂ, ਹਰ ਸ਼ਬਦ ਦਾ ਜਪਣਾ। ਨਾਮ ਜਪੋ ਤੇ ਸੁਣਨ ਤੱਕ ਪਹੁੰਚੋ, ਕਿਉਂਕਿ ਕਰਤੇ ਪੁਰਖ ਨੂੰ ਇਉਂ ਹੀ ਪਾਉਂਦਾ ਹੈ। ਹੋਰ ਅੱਗੇ ਚਲੀਏ ਜੀ। ਇਹਦੇ ਬਾਅਦ ਮਹੱਲਾ ਚੌਥਾ ਕਹਿੰਦੇ, ਪੂਰੇ ਗੁਰ ਕਾ ਹੁਕਮ ਨਾ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਜੋ ਬੰਦਾ ਨਾਮ ਜਪਣ ਵਾਲੇ ਪਾਸੇ ਨਹੀਂ ਲੱਗਦਾ, ਉਹ ਮਨਮੁਖ ਅਗਿਆਨੀ ਮਾਇਆ ਰੂਪੀ ਜ਼ਹਿਰ ਦੇ ਵਿੱਚ ਗਰਸਿਆ ਪਿਆ ਹੈ। ਮਾਇਆ ਰੂਪੀ ਜ਼ਹਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਦੇ ਵਿੱਚ ਹੀ ਉਹ ਗਰਸਿਆ ਪਿਆ ਹੈ। ਇਹਦੇ ਵਿੱਚ ਹੀ ਉਹ ਆਪਣੀ ਸੋ ਕਾਲਡ ਪੂਜਾ ਕਰ ਰਿਹਾ ਹੈ। ਇਹਦੇ ਵਿੱਚ ਹੀ ਉਹ ਸੋ ਕਾਲਡ ਸਿੱਖ ਅਖਵਾ ਰਿਹਾ ਵੀ ਮੈਂ ਬਹੁਤ ਚੰਗਾ ਸਿੱਖ ਹਾਂ। ਲੇਕਿਨ ਜੇ ਇਹਦੇ ਤੋਂ ਪਰੇ ਨਹੀਂ ਗਿਆ ਅਕਾਲ ਪੁਰਖ ਦਾ ਹੁਕਮ ਮੰਨ ਕੇ, ਫਿਰ ਉਹਦੀ ਅਵਸਥਾ ਕੋਈ ਨਹੀਂ ਬਣਨੀ, ਔਰ ਉਹਨੇ ਦੁਨਿਆਵੀ ਮਰਿਆਦਾ ਦੇ ਵਿੱਚ ਪੈ ਕੇ ਦੱਸੀ ਜਾਣਾ ਵੀ ਆਹ ਮਾੜਾ, ਆਹ ਮਾੜਾ, ਆਹ ਮਾੜਾ, ਆਹ ਚੰਗਾ, ਇਹ ਠੀਕ ਹੈ, ਇਹ ਗਲਤ ਹੈ। ਇਹ ਕੀ ਹੈ? ਅਗਿਆਨਤਾ ਹੈ, ਮੁੱਠਾ। ਅਸੀਂ ਕੋਈ ਨਹੀਂ ਕਿਸੇ ਨੂੰ ਜੱਜ ਕਰਨ ਵਾਲੇ। ਇਹ ਬੜੀ ਮਹੱਤਵਪੂਰਨ ਗੱਲ ਹੈ। ਅਸੀਂ ਕਿਸੇ ਦਾ ਚੰਗੇ ਮਾੜੇ ਦਾ ਫੈਸਲਾ ਕਰਨ ਵਾਲੇ ਕੋਈ ਨਹੀਂ ਆ। ਅਜੇ ਤੇ ਆਪ ਨਹੀਂ ਸਾਡਾ ਪਤਾ ਵੀ ਕੱਲ ਨੂੰ ਅਸੀਂ ਕੀ ਕਰ ਦੇਣਾ।
सो पूरे गुर का हुक्म न मन्नै ओ मनमुख अज्ञान मुठा बिख माया। जेड़ा करते पुरख दा हुक्म नहीं मनदा, भाव जो बंदा नाम जपण वाले पासे नहीं लगदा, ਉਹ ਮਨਮੁਖ ਅਗਿਆਨੀ ਮਾਇਆ ਰੂਪੀ ਜ਼ਹਿਰ ਦੇ ਵਿੱਚ ਗਰਸਿਆ ਪਿਆ ਹੈ, ਫਸਿਆ ਪਿਆ ਹੈ। ਉਸ ਅੰਦਰ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦਏ ਉਸ ਦੇ ਗਲ ਪਾਇਆ। ਉਸ ਦੇ ਅੰਦਰ ਕੇਵਲ ਕਪਟ ਹੈ ਤੇ ਕਿਸੇ ਵੀ ਸਚਾਈ ਨੂੰ ਝੂਠ ਹੀ ਸਮਝਦਾ ਹੈ। ਇਸ ਵਾਸਤੇ ਖਸਮ ਨੇ ਵਿਅਰਥ ਝਗੜੇ ਉਹਦੇ ਗਲ ਪਾਏ ਨੇ। ਉਹਦੀ ਕਿਸਮਤ ਹੈ, ਕਿਉਂਕਿ ਅੰਦਰ ਕੂੜ ਹੈ, ਉਹਦੇ ਕੂੜ ਹੀ ਉਹਨੇ ਇਕੱਠਾ ਕਰਕੇ ਰੱਖਿਆ। ਉਹ ਸਿਰਫ ਦੂਜਿਆਂ ਦੇ ਔਗਣਾਂ ਵੱਲ ਹੀ ਝਾਕ ਰਿਹਾ ਹੈ, ਮਾੜੀਆਂ ਗੱਲਾਂ ਵੱਲ ਹੀ ਝਾਕ ਰਿਹਾ ਹੈ। ਅਣਹੋਂਦੇ ਝਗੜੇ ਦੇ ਉਸ ਦੇ ਗਲ ਪਾਇਆ। ਕੀ ਕਰੇ ਕਰਤਾ ਪੁਰਖ, ਕੀ ਕਰੇ? ਕਿਉਂਕਿ ਉਹਨੇ ਆਪਣੀ ਅਵਸਥਾ ਹੀ, ਆਪਣੀ ਮਾਨਸਿਕ ਸਥਿਤੀ ਹੀ ਐਸੀ ਬਣਾ ਰੱਖੀ ਹੈ। ਉਹ ਗੱਲ ਫਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਐਸਾ ਵਿਅਕਤੀ ਊਲ ਜਲੂਲ ਬੋਲ ਕੇ ਰੋਟੀ ਕਮਾਉਣ ਦਾ ਯਤਨ ਕਰਦਾ ਹੈ, ਭਾਵ ਗੱਲਾਂ ਦਾ ਖੱਟਿਆ ਖਾਂਦਾ, ਇਸ ਕਰਕੇ ਉਹਦੇ ਬੋਲ ਕਿਸੇ ਨੂੰ ਨਹੀਂ ਪਾਉਂਦੇ। ਉਹ ਗੱਲ ਫਰੋਸੀ ਕਰੇ ਬਹੁ ਤੇਰੀ, ਊਲ ਜਲੂਲ ਬੋਲ ਕੇ ਆਪਣੀ ਰੋਟੀ ਕਮਾਉਣ ਦੇ ਯਤਨ ਕਰ ਰਿਹਾ, ਪਰ ਉਹਦੇ ਬੋਲ ਕਿਸੇ ਨੂੰ ਨਹੀਂ ਪਾਉਂਦੇ। ਉਹ ਘਰ ਘਰ ਹੰਡਾ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਭੀ ਲੱਛਣ ਲਾਇਆ। ਛੁੱਟੜ ਬਦਨਾਮ ਔਰਤ ਵਾਂਗ ਉਹ ਘਰ ਘਰ ਫਿਰਦਾ ਹੈ, ਅਤੇ ਜੋ ਵੀ ਮਨੁੱਖ ਐਸੇ ਵਿਅਕਤੀ ਨਾਲ ਮੇਲ ਜੋਲ ਰੱਖਦਾ ਹੈ, ਉਹ ਵੀ ਕਲੰਕਿਤ ਹੋ ਜਾਂਦਾ ਹੈ। ਇਹ ਜੋ ਮਨਮੁਖ ਹੈ, ਜੋ ਯਤਨ ਹੀ ਨਹੀਂ ਕਰਦਾ ਅਕਾਲ ਪੁਰਖ ਵਾਲੇ ਪਾਸੇ ਆਉਣ ਦਾ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ, ਉਹ ਵੀ ਬੰਦਾ ਕਲੰਕਿਤ ਹੋ ਜਾਂਦਾ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਹੁਣ ਗੁਰਮੁਖ ਸਿਸਟਮ ਵਾਲਾ ਅਭਿਆਸੀ, ਗੁਰਮੁਖ ਸਿਸਟਮ ਇਨ ਸ਼ਾਰਟ, ਜਿਹਦਾ ਭਰੋਸਾ ਇੱਕ ਰੱਬ ਤੇ ਹੈ, ਜੋ ਇੱਕ ਰੱਬ ਨੂੰ ਮੰਨਦਾ ਹੈ, ਜਿਹਦੀ ਕਮਿਟਮੈਂਟ ਇੱਕ ਅਕਾਲ ਪੁਰਖ ਦੇ ਨਾਲ ਹੈ, ਔਰ ਜੋ ਇੱਕ ਅਕਾਲ ਪੁਰਖ ਦੇ ਸ਼ਬਦ ਦਾ ਅਭਿਆਸ ਕਰਦਾ, ਇਹ ਹੈ ਗੁਰਮੁਖ ਸਿਸਟਮ। ਗੁਰਮੁਖ ਹੋਏ ਸੋ ਅਲਿਪਤੋ ਵਰਤੈ। ਗੁਰਮੁਖ ਸਿਸਟਮ ਵਾਲਾ ਜੋ ਅਭਿਆਸੀ ਹੈ, ਮਨਮੁਖ ਤੋਂ ਦੂਰ ਹੀ ਰਹਿੰਦਾ ਹੈ। ਉਹਦਾ ਸਾਥ ਛੱਡ ਕੇ ਸਤਿਗੁਰ ਦੀ ਕਿਰਪਾ ਸਦਕਾ ਨਾਮ ਜਪ ਕੇ ਮਨ ਨੂੰ ਟਿਕਾਉਂਦਾ ਹੈ। ਬਹਿ ਜਾਇਆ ਮਤਲਬ ਉਹਦਾ ਮਨ ਖੜਾ ਹੋ ਜਾਂਦਾ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਸੋ ਜਿਹੜਾ ਗੁਰਮੁਖ ਪ੍ਰਣਾਲੀ ਦੇ ਅੰਦਰ ਅਭਿਆਸੀ ਆ ਗਿਆ, ਜਿਹਦਾ ਭਰੋਸਾ ਇੱਕ ਰੱਬ ਤੇ ਹੈ, ਜੋ ਇੱਕ ਰੱਬ ਨੂੰ ਮੰਨ ਰਿਹਾ, ਜਿਹਦੀ ਕਮਿਟਮੈਂਟ ਹੈ ਇੱਕ ਰੱਬ ਦੇ ਨਾਲ, ਔਰ ਜੋ ਇੱਕ ਅਕਾਲ ਪੁਰਖ ਦੇ ਸ਼ਬਦ ਦਾ ਅਭਿਆਸ ਕਰਦਾ ਹੈ, ਅਕਾਲ ਪੁਰਖ ਦੀ ਕਿਰਪਾ ਸਦਕਾ ਨਾਮ ਜਪ ਕੇ ਆਪਣਾ ਮਨ ਟਿਕਾਉਂਦਾ ਹੈ। ਜੋ ਗੁਰ ਗੋਪੇ ਆਪਣਾ, ਆਓ ਜੀ, ਆ ਹੁਣ ਸਾਡਾ ਲਫ਼ਜ਼ ਹੈ ਗੋਪਣਾ। ਜੋ ਗੁਰ ਗੋਪੇ ਆਪਣਾ, ਸੋ ਭਲਾ ਨਾਹੀ ਪੰਚੋ, ਓਨ ਲਾਹਾ ਮੂਲ ਸਭ ਗਵਾਇਆ। ਸਾਧਨਾ ਕਰਨ ਵਾਲਿਓ, ਪੰਜ ਜਿਹੜੇ ਪ੍ਰਮੁੱਖ, ਇਹ ਪੰਜ ਦਾ ਮਤਲਬ ਪੰਜ ਨਹੀਂ ਹੈ, ਪੰਜ ਦਾ ਮਤਲਬ ਜਿਹੜੇ ਪ੍ਰਮੁੱਖ ਬੰਦੇ ਨੇ, ਪੰਜ ਪ੍ਰਵਾਨ ਨੇ, ਜਿਹੜੇ ਜਿੱਦਾਂ ਪੰਚਾਇਤਾਂ 'ਚ ਇੱਕ ਵੀ ਬੰਦਾ ਹੁੰਦਾ ਸੀ, ਉਹਨੂੰ ਪੰਚ ਕਹਿੰਦੇ ਸੀ, ਪੰਚ ਆ ਗਿਆ। ਸੋ ਇਹ ਪੁਰਾਣੀ ਬੋਲੀ ਹੈ, ਇਹਦੀ ਖੋਜ ਕਰੋ, ਇਹ ਲਫ਼ਜ਼ਾਂ ਦੇ ਤੁਹਾਨੂੰ ਸਹੀ ਅਰਥ ਮਿਲਣਗੇ। ਉੱਚੀ ਬਿਰਤੀ ਦੇ ਲੋਕ, ਪੰਚ,
जिन्हां ने अंतर्मुखी अपने सतगुर नूं उजागर नहीं कीता, उन्हां जो भी नाम धन इकट्ठा कीता सी सब गवा लिया समझो। जो गुर गोपे अपना सो भला नाही पंचो, उन लाहा मूल सब गवाया। ये उच्ची बिरती दे लोकां नूं कह रहे है, उन्हां नूं दस रहे है कि गुरु नूं लुकाउणा नहीं है। गोपना हुंदा लुकाउणा, छुपाउणा। ये देखियो अगे लफज किदां असीं क्लीयर करना है। 2 या 3 बैठकां इहदे ते लगणीਆਂ ने। गोपना दा मतलब है गुरु नूं लुकाउणा। जो गुर गोपे अपना, जो अकाल पुरख दीआं बातां जिन्हां ने अवस्था लैके उस करते पुरख नूं जाणिया और जो ओहदीआं बातां सांझ पाउंदे ने, ਉਹੀ ਪ੍ਰਵਾਨ ਹੋਣਗੇ, ਉਹੀ ਪੰਚ ਹੋਣਗੇ। ਜਿਹੜੇ ਲੁਕੋ ਜਾਂਦੇ ਨੇ ਉਹ ਫੇਰ ਉਹਨਾਂ ਨੂੰ ਲੇਖਾ ਜਿਹੜਾ ਹੈ ਉਹ ਦੇਣਾ ਪਊ ਉਸ ਚੀਜ਼ ਦਾ। ਇਸ ਕਰਕੇ ਇੱਥੇ ਬਿਲਕੁਲ ਸਾਫ਼ ਲਫ਼ਜ਼ਾਂ ਦੇ ਵਿੱਚ ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ, ਚੰਗੀ ਗੱਲ ਨਹੀਂ ਹੈ ਕਿ ਗੁਰੂ ਦੇ ਬਾਰੇ ਤੁਸੀਂ ਦੱਸੋ ਨਾ ਕਿਸੇ ਨੂੰ। ਇਹ ਚੰਗੀ ਗੱਲ ਨਹੀਂ ਹੈ ਕਿ ਨਾਮ ਧਨ ਜਿਹੜਾ ਇਕੱਠਾ ਤੁਸੀਂ ਕਰ ਵੀ ਲਿਆ, ਉਹ ਗੁਰੂ ਨੂੰ ਗੋਪ ਕੇ ਸਭ ਤੁਸੀਂ ਗਵਾ ਲੈਂਦੇ ਹੋ। ਇਸ ਕਰਕੇ ਜਿੰਨਾ ਵੀ ਜਾਣਿਆ ਸਤਿਗੁਰੂ ਨੂੰ, ਜਿੰਨਾ ਵੀ ਗਿਆਨ ਪਾਤਸ਼ਾਹ ਨੇ ਬਖਸ਼ਿਆ, ਜਿੰਨਾ ਵੀ ਗਿਆਨ ਲੈ ਕੇ ਕਮਾਈ ਕਰਕੇ ਕਰਤੇ ਪੁਰਖ ਤੱਕ ਕਿਸੇ ਦੀ ਪਹੁੰਚ ਬਣੀ ਹੈ, ਉਹ ਜ਼ਰੂਰ ਉਸ ਕਰਤੇ ਪੁਰਖ ਦੀਆਂ ਬਾਤਾਂ ਬਾਕੀਆਂ ਨਾਲ ਸਾਂਝ ਪਾਵੇ। ਜੇ ਸਾਂਝ ਨਹੀਂ ਪਾਓਗੇ, ਉਹ ਲਾਹਾ ਮੂਲ ਸਭ ਗਵਾਇਆ। ਇੱਥੇ ਇੱਥੇ ਕਹਿ ਦਿੰਦੇ ਆ ਕਿ ਨਾਮ ਕਿਵੇਂ ਜਪਣਾ, ਕਿਸੇ ਨੂੰ ਦੱਸਣਾ ਨਹੀਂ। ਹੁੰਦੀਆਂ ਨੇ ਗੱਲਾਂ ਇਦਾਂ ਦੀਆਂ, ਤੁਸੀਂ ਆਪਣਾ ਲਾਹਾ ਗਵਾ ਲਓਗੇ। ਇਦਾਂ ਨਹੀਂ ਹੁੰਦਾ। ਕਿੱਥੇ ਗਵਾ ਲਓਗੇ ਭਾਈ? ਕੋਈ ਸਾਡੇ ਅੰਦਰੋਂ, ਸਾਡੇ ਮਨ ਦੀ ਅਵਸਥਾ ਚੋਂ ਸਾਡੇ ਅੰਦਰੋਂ ਕੀ ਕੱਢ ਕੇ ਲੈ ਜਾਊਗਾ? ਸਾਫ਼ ਕਹਿ ਰਹੇ ਜੋ ਗੁਰ ਗੋਪੇ ਆਪਣਾ। ਗੋਪੇ ਦਾ ਮਤਲਬ ਨਿੰਦਾ ਕਰਨਾ ਨਹੀਂ, ਗੋਪੇ ਦਾ ਮਤਲਬ ਹੈ ਲੁਕਾਉਣਾ, ਛੁਪਾਉਣਾ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ ਪੰਚੋ, ਓਨ ਲਾਹਾ ਮੂਲ ਸਭ ਗਵਾਇਆ। ਜੇ ਕਰਤੇ ਪੁਰਖ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ, ਨਦਰ ਕਰਕੇ ਤੁਹਾਨੂੰ ਜਨਮ ਪਦਾਰਥ ਦਿੱਤਾ, ਗਿਆਨ ਪਦਾਰਥ ਦਿੱਤਾ, ਮੁਕਤ ਪਦਾਰਥ ਦਿੱਤਾ, ਨਾਮ ਪਦਾਰਥ ਵਾਲੇ ਪਾਸੇ ਤੁਹਾਡੀ ਚੜ੍ਹਾਈ ਹੋ ਰਹੀ ਹੈ, ਉਹਦੀ ਸਾਂਝ ਪਾਉਂਦੇ ਜਾਓ। ਅੱਗੇ ਚੱਲੀਏ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਨਾਨਕ ਜੋਤ ਆਪ ਨਾਮ ਜਪਦੇ ਹੋਏ ਫਰਮਾਨ ਕਰਦੇ ਨੇ। ਇੱਥੇ ਫੇਰ ਨਾਨਕ ਦੇ ਕੱਕੇ ਨੂੰ ਔਂਕੜ ਹੈ। ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਆ। ਨਾਨਕ ਜੋਤ ਆਪ ਨਾਮ ਜਪਦੇ ਹੋਏ ਫਰਮਾਨ ਕਰਦੇ ਨੇ ਕਿ ਸ਼ਾਸਤਰਾਂ ਵੇਦਾਂ ਦੇ ਸਿਧਾਂਤ ਅਨੁਸਾਰ ਪ੍ਰਭ ਦਾ ਮੰਤਰ ਸਭ ਤੋਂ ਉੱਪਰ ਹੈ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਹੀਂ। ਗੱਲ ਕੀਤੀ ਹੈ ਵੇਦਾਂ 'ਚ ਨਾਮ ਦੀ, ਲੇਕਿਨ ਉਹਦੇ ਵੱਲ ਧਿਆਨ ਨਹੀਂ ਹੈ। ਧਿਆਨ ਸਾਡਾ ਬਾਕੀ ਕੰਮਾਂ 'ਚ ਹੈ, ਮਰਿਆਦਾ 'ਚ ਹੈ, ਡਰੈਸਾਂ 'ਚ ਹੈ, ਰੂਲਸ ਐਂਡ ਰੈਗੂਲੇਸ਼ਨ 'ਚ ਹੈ, ਕੋਡ ਆਫ ਕੰਡਕਟ ਦੇ ਵਿੱਚ ਹੈ, ਜਿਹੜੇ ਮੈਨ ਮੇਡ ਨੇ। ਅਕਰਤਾ ਪੁਰਖ ਜੋ ਰਹਿਤ ਮਰਿਆਦਾ ਹੈ ਗੁਰਬਾਣੀ ਹੈ, ਜੋ ਅਸੂਲ ਨੇ ਗੁਰਬਾਣੀ ਹੈ, ਉਹ ਮੰਨਣੇ ਨਹੀਂ। ਉਹਨਾਂ ਨੂੰ ਪਹਿਲ ਨਹੀਂ ਦੇਣੀ। ਲੇਕਿਨ ਜੋ ਮੈਨ ਮੇਡ ਹੈ, ਜੋ ਕਿਤਾਬਾਂ ਲਿਖ ਦਿੱਤੀਆਂ, ਉਹਨਾਂ ਨੂੰ ਜ਼ਿਆਦਾ ਪਹਿਲ ਦੇਣੀ ਹੈ। ਗੁਰਬਾਣੀ ਨੂੰ ਪਹਿਲ ਦੇਣੀ ਪਏਗੀ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ। ਹੁਣ ਨਾਨਕ ਜੋਤ ਆਪ ਨਾਮ ਜਪਦੇ ਹੋਏ ਫਰਮਾਨ ਕਰਦੇ ਨੇ ਕਿ ਸ਼ਾਸਤਰਾਂ ਵੇਦਾਂ ਦੇ ਸਿਧਾਂਤ ਅਨੁਸਾਰ ਕਰਤੇ ਪੁਰਖ ਦਾ ਮੰਤਰ, ਗੁਰ ਮੰਤਰ ਸਭ ਤੋਂ ਉੱਪਰ ਹੈ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਹੀਂ। ਗੁਰਸਿੱਖਾਂ ਵਡਿਆਈ ਭਾਵੈ
गुर पूरे की मन मुखा ओ वेला हथ न आया। गुरसिखां नूं करते पुरख की इबादत ही चंगी लगती है, पर मनमुखा नूं ऐसा अवसर हथ ही नहीं लगता। मनमुखा ਜਿਹੜੇ मनमुख प्रवृत्ति ਦੇ ਲੋਕ ਹੋਣਗੇ, ਉਹਨਾਂ ਨੂੰ ਐਸਾ ਮੌਕਾ ਹੱਥ ਹੀ ਨਹੀਂ ਆਏਗਾ, ਕਿਉਂਕਿ ਉਹਨਾਂ ਨੂੰ ਵਡਿਆਈ ਚੰਗੀ ਨਹੀਂ ਲੱਗਣੀ। ਉਹਨਾਂ ਨੂੰ ਆਪਣੇ ਰੂਲਸ ਐਂਡ ਰੈਗੂਲੇਸ਼ਨ ਜ਼ਿਆਦਾ ਚੰਗੇ ਨੇ, ਆਪਣਾ ਕੋਡ ਆਫ ਕੰਡਕਟ ਜ਼ਿਆਦਾ ਉਹਨਾਂ ਨੂੰ ਚੰਗਾ। ਹੋਰ ਅੱਗੇ ਚੱਲੀਏ, ਇਹਦੇ ਸ਼ਬਦ ਦੇ ਬਾਅਦ ਇੱਕ ਪੌੜੀ ਆਏਗੀ, ਉੱਥੇ ਫਿਰ ਇਹ ਸ਼ਬਦ ਕੰਪਲੀਟ ਹੋਏਗਾ। ਪੌੜੀ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲਏ ਜਿਸ ਸਤਗੁਰ ਟਿਕੇ। ਸਦਾ ਰਹਿਣ ਵਾਲਾ ਅਕਾਲ ਪੁਰਖ ਸਭ ਤੋਂ ਵੱਡਾ ਹੈ। ਉਸ ਕਰਤੇ ਪੁਰਖ ਦਾ ਮਿਲਾਪ ਉਹਦੀ ਕਿਸਮਤ ਵਿੱਚ ਹੈ, ਜਿਹਨੂੰ ਕਰਤੇ ਪੁਰਖ ਦੀ ਅਸੀਸ ਮਿਲਦੀ ਹੈ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲਏ ਜਿਸ ਸਤਗੁਰ ਟਿਕੇ। ਜਿਹਨੂੰ ਸਤਗੁਰ ਅਸੀਸ ਦੇਣ, ਜਿਹਦੇ ਤੇ ਨਦਰ ਹੋ ਜਾਏ। ਇਹ ਪਿੱਛੇ ਦੇਖਿਓ, ਇੱਕ ਗੱਲ ਯਾਦ ਰੱਖਿਓ, ਮੈਨੂੰ ਦਿਮਾਗ ਚੋਂ ਵਿਸਰ ਗਈ ਹੈ। ਆਪਾਂ ਪਿੱਛੇ ਆਗਮ ਨਿਗਮ ਦੀ ਗੱਲ ਕੀਤੀ ਸੀ। ਆ ਦੇਖੋ ਸਕਰੀਨ ਤੇ, ਪਹਿਲਾ ਆਗਮ ਨਿਗਮ। ਇਹਨੂੰ ਵੀ ਕਲੀਅਰ ਕਰ ਲਓ। ਆਗਮ ਨਿਗਮ ਕੀ ਹੈ? ਸ਼ਾਸਤਰਾਂ ਨੂੰ ਸੁਣਨਾ। ਇੱਕ ਪੜ੍ਹ ਰਿਹਾ ਤੇ ਦੂਜਾ ਸੁਣ ਰਿਹਾ। ਇੱਕ ਸ਼ਾਸਤਰਾਂ ਦਾ ਪਾਠ ਕਰ ਰਿਹਾ ਤੇ ਦੂਜਾ ਉਹਦਾ ਸਰੋਤਾ ਹੈ, ਤਾਂ ਕਹਿੰਦੇ ਆ ਆਗਮ ਨਿਗਮ, ਪੜ੍ਹਨਾ ਤੇ ਸੁਣਨਾ। ਸੋ ਇਹ ਚੀਜ਼ ਕਾਫੀ ਰਿਪੀਟ ਹੁੰਦੀ ਹੈ ਗੁਰਬਾਣੀ 'ਚ। ਸੋ ਜਿੱਥੇ ਵੀ ਕਿਤੇ ਰਿਪੀਟ ਹੋਏ, ਉੱਥੇ ਆਗਮ ਨਿਗਮ ਸਮਝ ਲਓ, ਪੜ੍ਹਨਾ, ਸ਼ਾਸਤਰਾਂ ਨੂੰ ਪੜ੍ਹਨਾ ਔਰ ਸੁਣਨਾ। ਸੋ ਅਸੀਂ ਸੱਚ ਦੀ ਗੱਲ ਕਰ ਰਹੇ ਹਾਂ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲਏ ਜੇ ਸਤਿਗੁਰ ਟਿਕੇ। ਉਸ ਸੱਚ ਦੀ ਪ੍ਰਾਪਤੀ ਉਸ ਬੰਦੇ ਨੂੰ ਹੋਏਗੀ ਜਿਹਨੂੰ ਸਤਿਗੁਰ ਅਸੀਸ ਦੇਣ, ਆਪ ਜਿਹਦੇ ਤੇ ਨਾਦਰ ਹੋਏ। ਪ੍ਰਭੂ ਮਿਲਾਪ ਉਹਦੇ ਭਾਗਾਂ 'ਚ ਹੋਏਗਾ ਜਿਹਨੂੰ ਕਰਤਾ ਪੁਰਖ ਆਪ ਅਸੀਸ ਦੇਵੇ, ਜੇ ਸਤਿਗੁਰ ਟਿਕੇ। ਸੋ ਸਤਿਗੁਰ ਜੇ ਸੱਚ ਧਿਆਏਂਦਾ, ਸੱਚ ਸੱਚਾ ਸਤਿਗੁਰ ਇੱਕੇ। ਜਦੋਂ ਵੀ ਸਤਿਗੁਰ ਜਾਂ ਅਕਾਲ ਪੁਰਖ ਦੀ ਬੰਦਗੀ ਕੀਤੀ ਜਾਵੇ, ਤਾਂ ਇਹ ਗਿਆਨ ਹੋ ਜਾਂਦਾ ਹੈ ਕਿ ਅਕਾਲ ਪੁਰਖ ਤੇ ਸਤਿਗੁਰ ਇੱਕੋ ਹੀ ਹੈ। ਸਤਿਗੁਰ ਹੈ ਹੀ ਅਕਾਲ ਪੁਰਖ ਹੈ। ਜੋ ਸਤਿਗੁਰ ਜੇ ਸੱਚ ਧਿਆਏ, ਸੋ ਸਤਿਗੁਰ ਜੇ ਸੱਚ ਧਿਆਏਂਦਾ, ਸੱਚ ਸੱਚਾ ਸਤਿਗੁਰ ਇੱਕੇ। ਕਰਤੇ ਪੁਰਖ ਔਰ ਸਤਿਗੁਰ ਦੇ ਵਿੱਚ ਕੋਈ ਫਰਕ ਨਹੀਂ ਹੈ। ਜਦੋਂ ਵੀ ਸਤਿਗੁਰ ਦੀ ਬੰਦਗੀ ਕੀਤੀ ਜਾਏਗੀ, ਇਹ ਗਿਆਨ ਹੋਏਗਾ ਕਿ ਅਕਾਲ ਪੁਰਖ ਤੇ ਸਤਿਗੁਰ ਇੱਕੋ ਹੀ ਹੈ। ਸੋਈ ਸਤਿਗੁਰ ਪੁਰਖ ਹੈ, ਜਿਨੇ ਪੰਜੇ ਦੂਤ ਕੀਤੇ ਵਸ ਛਿਕੇ। ਸਤਿਗੁਰ ਦੀ ਕਿਰਪਾ ਨਾਲ, ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਪੰਜ ਵਿਕਾਰਾਂ ਤੇ ਮਜ਼ਬੂਤੀ ਨਾਲ ਨਿਯੰਤਰਣ ਕੀਤਾ ਜਾ ਸਕਦਾ ਹੈ, ਕੰਟਰੋਲ ਕੀਤਾ ਜਾ ਸਕਦਾ ਹੈ। ਛਿਕੇ, ਸਟਰੋਂਗਲੀ ਪੰਜੇ ਦੂਤ ਕੀਤੇ ਵਸ ਛਿਕੇ। ਛਿਕੇ ਕਹਿੰਦੇ ਸਟਰੋਂਗਲੀ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਤਿਨ ਅੰਦਰ ਕੂੜ ਫਿੱਟ ਮੂੰਹ ਫਿੱਕੇ। ਜੋ ਸਤਿਗੁਰ ਦੀ ਬੰਦਗੀ ਤੋਂ ਵਾਂਝੇ ਰਹਿ ਜਾਂਦੇ ਨੇ, ਉਹ ਹਉਮੈ ਵਸ ਆਪਣੇ ਆਪ ਨੂੰ ਵੱਡਾ ਖਵਾਉਂਦੇ ਹੈ। ਉਹਨਾਂ ਅੰਦਰ ਕਪਟ, ਝੂਠ ਹੈ ਤੇ ਉਹ ਫਿਟਕਾਰਾਂ ਹੀ ਸਹਿੰਦੇ ਨੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਆਪ ਹੀ ਦੱਸਦੇ ਵੀ ਅਸੀਂ ਬੜੇ ਵੱਡੇ ਸਿੱਖ ਹਾਂ, ਸਾਨੂੰ ਜ਼ਿਆਦਾ ਪਤਾ ਹੈ। ਤਿੰਨ ਅੰਦਰ ਕੂੜ
ਫਿੱਟ ਮੂੰਹ ਫਿੱਕੇ, ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ, ਕਿਉਂਕਿ ਉਹਨਾਂ ਅੰਦਰ ਕਪਟ ਝੂਠ ਦਾ ਵਸ ਹੈ। ਓਏ ਬੋਲੇ, ਓਏ ਬੋਲੇ, ਓਏ ਬੋਲੇ ਕਿਸੈ ਨਾ ਭਾਵਨੀ, ਮੂੰਹ ਕਾਲੇ ਸਤਿਗੁਰ ਤੇ ਚੁੱਕੇ। ਉਹਨਾਂ ਦਾ ਬੋਲਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਉਹ ਬੇਇੱਜ਼ਤ ਹੋ ਕੇ ਸਤਿਗੁਰ ਤੋਂ ਚੁੱਕੇ ਪਰੇ ਪਰੇ ਚਲੇ ਜਾਂਦੇ, ਦੂਰ ਹੋ ਜਾਂਦੇ ਆ ਸਤਿਗੁਰ ਤੇ ਚੁੱਕੇ, ਉਸ ਪਾਸੇ ਵੱਲ ਨੂੰ ਆਉਂਦੇ ਹੀ ਨਹੀਂ। ਸੋ ਸਾਡਾ ਜਿਹੜਾ ਆ ਹੁਣ ਮਕਸਦ ਹੈ, ਅਸੀਂ ਪਿੱਛੇ ਗੁਰਬਾਣੀ ਅਤੇ ਪਾਠ ਦੇ ਉੱਤੇ ਟੌਪਿਕ ਆਪਣਾ ਖਤਮ ਕਰ ਆਏ ਹਾਂ। ਹੁਣ ਸਾਡਾ ਜਿਹੜਾ ਲਫ਼ਜ਼ ਅਸੀਂ 1-2 ਬੈਠਕਾਂ 'ਚ ਲੈਣਾ ਹੈ, ਉਹ ਗੋਪਣਾ ਹੈ, ਜੋ ਗੁਰ ਗੋਪੇ ਆਪਣਾ। ਸੋ ਇਹ ਨਾਮ ਜਪਣ ਦਾ ਉਪਦੇਸ਼, ਨਾਮ ਜਪਣ ਦੀ ਗੱਲ, ਜਿਨ੍ਹਾਂ ਨੇ ਇਮਾਨਦਾਰੀ ਨਾਲ ਇਸ ਦੁਨੀਆ 'ਚ ਕੂੜ ਦੇ ਵਿੱਚ ਰਹਿੰਦੇ ਹੋਏ ਗੁਰਬਾਣੀ ਦਾ ਗਿਆਨ ਹਾਸਲ ਕਰ ਲਿਆ, ਸਮਹਾਉ, ਬਿਕੋਜ਼ ਮੁਸ਼ਕਲ ਬਹੁਤ ਹੈ, ਕਿਉਂਕਿ ਸਾਨੂੰ ਸਾਡਾ ਮਾਈਂਡ ਸੈਟ ਬਣਾ ਦਿੱਤਾ ਗਿਆ ਹੈ ਕਿ ਪਾਠ ਬੜਾ ਜ਼ਰੂਰੀ ਹੈ। ਇਹਦਾ ਅਸੀਂ ਸਾਰਾ ਨਿਖੇੜ ਆਏ ਆ ਪਿੱਛੇ ਆਪਣੇ ਟੌਪਿਕ ਦੇ ਵਿੱਚ। ਪਾਠ ਜ਼ਰੂਰੀ ਹੈ, ਲੇਕਿਨ ਪਾਠ ਦਾ ਮਤਲਬ ਸਮਝੋ ਪਹਿਲਾਂ। ਪਾਠ ਹੈ ਲੈਸਨ, ਸਿੱਖਿਆ। ਹੁਣ ਉਹ ਸਿੱਖਿਆ ਨੂੰ ਪੜ੍ਹੀ ਜਾਵਾਂਗੇ, ਪੜ੍ਹੀ ਜਾਵਾਂਗੇ, ਪੜ੍ਹੀ ਜਾਵਾਂਗੇ, ਲੇਕਿਨ ਸਿੱਖਿਆ ਨੂੰ ਅਡਾਪਟ ਨਹੀਂ ਕਰਾਂਗੇ ਤਾਂ ਉਹ ਸਿੱਖਿਆ ਜਿਹੜੀ ਹੈ ਵੇਸਟ ਚਲੀ ਜਾਏਗੀ। ਫਿਰ ਹੈ ਵੇਦ ਪਾਠ ਮਤ ਪਾਪਾਂ ਖਾਏ, ਫਿਰ ਹੈ ਵੇਦ ਪਾਠ ਸੰਸਾਰ ਕੀ ਕਾਰ। ਨਾਮ ਨਹੀਂ ਜਪਦੇ, ਉਹ ਪਾਠਾਂ ਤੱਕ ਹੀ ਰਹਿ ਜਾਂਦੇ ਆ। ਅਸੀਂ ਨਹੀਂ ਕਹਿੰਦੇ ਪਾਠ ਨਹੀਂ ਕਰਨੇ, ਪਾਠ ਪੜ੍ਹਨਾ ਹੈ, ਇਹ ਸਾਡਾ ਲੈਸਨ ਹੈ, ਇਹਨੂੰ ਅਸੀਂ ਯਾਦ ਰੱਖਣਾ, ਹਰ ਚੀਜ਼ ਨੂੰ ਯਾਦ ਰੱਖਣਾ, ਲੇਕਿਨ ਭਾਵਨਾ ਦੇਖੋ, ਅਮਲ 'ਚ ਲੈ ਕੇ ਆਉਣਾ ਬੜਾ ਜ਼ਰੂਰੀ ਹੈ। ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਸ਼ਬਦ ਵੀ 2 ਵਾਰ ਐਕਸਪਲੇਨ ਕਰਕੇ ਆਏ ਹਾਂ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਪਾਠ ਵੀ ਕੀਤਾ, ਫਿਰ ਵਿਚਾਰ ਵੀ ਲਿਆ, ਫਿਰ ਨਿਉਲੀ ਕਰਮ ਵੀ ਕੀਤੇ ਜੋਗੀਆਂ ਦੇ, ਬੜੇ ਡਿਟੇਲ 'ਚ ਅਸੀਂ ਇਹ ਡਿਸਕਸ ਕਰਕੇ ਆਏ ਹਾਂ। 5 ਜਨਾਂ ਸਿਓ ਸੰਗ ਨਾ ਛੁਟਕੇ, ਉਹ ਜਿਹੜੇ 5 ਸੀ ਉਹਨਾਂ ਤੋਂ ਸਾਡਾ ਸੰਗ ਖਤਮ ਨਹੀਂ ਹੋਇਆ। ਫਿਰ ਕੀ ਹੋਇਆ? ਅਦਕ ਅਹੰ ਬੁੱਧ ਵੱਧੇ, ਹੋਰ ਮੈਲ ਚੜ ਗਈ ਸਾਡੇ ਤੇ ਹਉਮੈ ਦੀ। ਇੱਕ ਦੂਜੀ ਚੀਜ਼ ਨੂੰ ਹਮੇਸ਼ਾ ਰਿਲੇਟ ਕਰਨਾ, ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲ੍ਹਣਾ, ਇਹ ਇੱਕ ਇੰਨੀ ਉੱਚੀ ਤੇ ਸੁੱਚੀ ਵਿਧੀ ਹੈ ਵੀ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲ੍ਹਣਾ। ਹੁਣ ਇੱਥੇ ਸਾਡੇ ਕੋਲ ਲਫ਼ਜ਼ ਆਇਆ ਸੀ ਗੁਰਮੂਰਤ। ਹੁਣ ਗੁਰ ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ। ਹੁਣ ਮੂਰਤੀ ਪੂਜਾ ਤਾਂ ਸਾਡੇ ਪ੍ਰਵਾਨ ਹੀ ਨਹੀਂ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰਮੂਰਤ ਗੁਰ ਸ਼ਬਦ ਹੈ। ਸਾਡੇ ਵਾਸਤੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਹਰ ਪਾਦਰ ਮੁਕਤ ਜਨਾਵੈ। ਸਾਡੇ ਲਈ ਨਾਮ ਦਾ ਅਭਿਆਸ, ਸ਼ਬਦ ਦਾ ਜਪਣਾ ਹੀ ਉੱਤਮ ਕਰਮ ਹੈ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਸੋ ਇਹ ਬਿਠਾ ਲਓ ਗੱਲ ਆਪਣੇ ਮਨਾਂ ਦੇ ਵਿੱਚ ਕਿ ਨਾਮ ਦੇ ਅਭਿਆਸ ਤੋਂ ਬਿਨਾਂ, ਸ਼ਬਦ ਦੇ ਅਭਿਆਸ ਤੋਂ ਬਿਨਾਂ ਗਤੀ ਨਹੀਂ ਹੈ। ਸ਼ਬਦ ਦੇ ਅਭਿਆਸ ਤੋਂ ਬਿਨਾਂ 5 ਵਿਕਾਰਾਂ ਤੋਂ ਜਾਂ ਟੋਟਲੀ ਮਾਇਆ ਤੋਂ ਮੁਕਤੀ ਨਹੀਂ ਹੈ। ਹਾਂ, ਜੇਕਰ ਸ਼ਬਦ ਦਾ ਅਭਿਆਸ ਕਰਦੇ ਹਾਂ, ਪਰ ਜੇਕਰ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕੇ ਜਿੱਥੋਂ ਤੱਕ ਸਾਨੂੰ ਗੁਰਬਾਣੀ ਦਾ ਗਿਆਨ ਲੈ ਕੇ ਜਾ ਰਿਹਾ ਹੈ, ਅਸੀਂ ਬਿਨਸਾਂਗੇ ਨਹੀਂ। ਅਸੀਂ ਉਸ ਚੀਜ਼ ਨੂੰ, ਸਤਿਗੁਰ ਦੀ ਨਦਰ ਹੋਏਗੀ, ਸਤਿਗੁਰ ਆਪ ਕਿਰਪਾ ਕਰਕੇ ਉਹ ਚੀਜ਼ ਉਸ ਅਭਿਆਸੀ ਤੋਂ ਪੂਰੀ ਕਰਾਉਣਗੇ। ਲੇਕਿਨ ਇਹ ਬੜੀ ਗੰਭੀਰਤਾ ਦੇ ਨਾਲ, ਸੰਜੀਦਗੀ ਦੇ ਨਾਲ
ਭਰੋਸਾ ਬਣਾਉਣਾ ਕਿ ਨਾਮ ਜਪਣ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ। ਨਾਮ ਜਪਣ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ। ਕਿਉਂ ਕਿਹਾ? ਕਿਉਂ ਕਿਹਾ ਹੈ? ਦਿਨ ਰੈਣ ਸਾਸ ਸਾਸ ਗੁਣ ਗਾਵਾਂ। ਗੁਣ ਗਾਉਣ ਦਾ ਮਤਲਬ ਹੈ ਨਾਮ ਜਪਣਾ, ਗਾਇਕੀ ਨਹੀਂ ਹੈ ਇੱਥੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਬਨਾ, ਜਹ ਬਿਦ ਜਲ ਕੋ ਮੀਨ। ਗੁਰੂ ਦਾ ਭਜਨ ਹੈ, ਗੁਣ ਗਾਉਣਾ ਗੁਰੂ ਦਾ ਭਜਨ ਹੀ ਹੈ। ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੇ ਪਾਵਾਂ। ਮੈਂ ਸਿਰਫ ਤੇ ਸਿਰਫ ਤੇਥੋਂ ਤੇਰਾ ਨਾਮ ਹੀ ਮੰਗਦਾ। ਜੇ ਤੇਰੀ ਨਜ਼ਰ ਹੋਏ ਤੇ ਮੈਨੂੰ ਇਹ ਦਾਤ ਮਿਲ ਜਾਏ। ਸੋ ਅੱਜ ਦੀ ਵਿਚਾਰ ਅਸੀਂ ਕੋਸ਼ਿਸ਼ ਕੀਤੀ ਹੈ, ਕਿਉਂਕਿ ਅਸੀਂ ਪਿੱਛੋਂ ਸਾਰਾ ਕੁਝ ਸਮਝਦੇ ਆ ਰਹੇ ਹਾਂ, ਬੜਾ ਸੰਕੋਚ ਕੇ ਹੁਣ ਅਸੀਂ ਕਈ ਵਾਰੀ ਦੋ ਸ਼ਬਦ ਵੀ ਕਰ ਲੈਣੇ ਆ, ਕਿਉਂਕਿ ਅਸੀਂ ਗੱਲਾਂ ਜਿਹੜੀਆਂ ਨੇ ਸਾਨੂੰ ਦ੍ਰਿੜ ਹੋ ਚੁੱਕੀਆਂ ਨੇ ਕਾਫੀ, ਔਰ ਅਸੀਂ ਬੜੇ ਆਰਾਮ ਦੇ ਨਾਲ ਇਸ ਚੀਜ਼ ਨੂੰ ਐਕਸਪਲੇਨ ਕਰਦੇ ਜਾਣਾ, ਸਮਝਦੇ ਜਾਣਾ। ਇੱਥੇ ਅੱਜ ਦੀ ਜਿਹੜੀ ਵਿਚਾਰ ਹੈ ਆਪਾਂ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।